ਬੱਚੋ ਅੱਜ ਖੇਤੀਬਾੜੀ ਵਿਸ਼ੇ ਦੇ ਨਾਲ ਸੰਬੰਧਿਤ 9ਵੀਂ ਜਮਾਤ ਦਾ ਚੌਥਾ ਪਾਠ ਖੇਤੀ ਉਤਪਾਦਨਾਂ ਦਾ ਮੰਡੀਕਰਨ ਪੜ੍ਹਾਂਗੇ। ਇਸ ਪਾਠ 'ਚ ਤੁਹਾਨੂੰ ਫਸਲਾਂ ਦਾ ਜਿਹੜੀਆਂ ਆਪਾਂ ਵੇਚਦੇ ਆ ਉਹਨਾਂ ਦਾ ਮੰਡੀਆਂ 'ਚ ਕਿਸ ਤਰ੍ਹਾਂ ਸਾਨੂੰ ਵੇਚਣੀ ਚਾਹੀਦੀ, ਕਦੋਂ ਕਿਸ ਸਮੇਂ ਤੇ ਕਿਸ ਤਰ੍ਹਾਂ ਦੀ ਫਸਲ ਹੋਣੀ ਚਾਹੀਦੀ ਜਦੋਂ ਵੇਚਣ ਵਾਸਤੇ ਜਾਈਏ, ਤੇ ਕਿਹੜੀ ਕਿਹੜੀ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਤਾਂ ਕਿ ਸਾਨੂੰ ਫਸਲ ਦਾ ਸਹੀ ਮੁੱਲ ਮਿਲ ਸਕੇ। ਅੱਜ ਆਪਾਂ ਇਹਨਾਂ ਫਸਲਾਂ ਨੂੰ ਵੇਚਣ ਦਾ ਮੰਡੀਕਰਨ ਬਾਰੇ ਵਿਸਤਾਰਪੂਰਵਕ ਪੜ੍ਹਾਂਗੇ। ਬੱਚੋ ਖੇਤੀ ਉਤਪਾਦਨਾਂ ਦੇ ਮੰਡੀਕਰਨ ਤੋਂ ਭਾਵ ਫਸਲਾਂ ਦੀ ਮੰਡੀ ਵਿੱਚ ਸੁਚੱਜੀ ਵਿਕਰੀ ਤੋਂ ਹੈ। ਮਤਲਬ ਕਿ ਸਹੀ ਤਰੀਕੇ ਨਾਲ ਵਿਕਰੀ ਜਿਹੜੀ ਆ ਉਹਨੂੰ ਮੰਡੀਕਰਨ ਕਿਹਾ ਜਾਂਦਾ ਹੈ। ਫਸਲਾਂ ਦੀ ਜਿਹੜੀ ਚੰਗੇ ਤਰੀਕੇ ਨਾਲ ਵਿਕਰੀ ਹੋ ਸਕੇ ਉਹਨੂੰ ਮੰਡੀਕਰਨ ਕਿਹਾ ਜਾਂਦਾ ਹੈ। ਫਸਲਾਂ ਦਾ ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਜ਼ਮੀਨਦਾਰ ਇਹ ਸੋਚਦੇ ਹਨ ਕਿ ਜਿਨਸਾਂ ਦਾ ਮੰਡੀਕਰਨ ਫਸਲਾਂ ਦੀ ਕਟਾਈ ਤੋਂ ਬਾਅਦ ਸ਼ੁਰੂ ਹੁੰਦਾ ਹੈ, ਪਰ ਅਜਿਹਾ ਸੋਚਣਾ ਸਰਾਸਰ ਗਲਤ ਹੈ ਕਿਉਂਕਿ ਖੇਤੀ ਅਤੇ ਮੰਡੀਕਰਨ ਨੂੰ ਪਹਿਲਾਂ ਇੱਕ ਪਿਤਾ ਪੁਰਖੀ ਕਿੱਤਾ ਸਮਝਿਆ ਜਾਂਦਾ ਸੀ, ਪਰ ਅੱਜ ਕੱਲ੍ਹ ਇਹ ਵਪਾਰਕ ਧੰਦੇ ਦਾ ਰੂਪ ਧਾਰਨ ਕਰ ਚੁੱਕਿਆ ਹੈ। ਪਹਿਲਾਂ ਸਿਰਫ ਦੇ ਸਿਰਫ ਜਿਹੜੇ ਇੱਕ ਆੜ੍ਹਤੀ ਹੁੰਦਾ ਸੀ ਉਹਦੇ ਗਾਂ ਬੱਚੇ, ਫਿਰ ਉਦੋਂ ਬੱਚੇ ਅਗਲੇ ਬੱਚੇ ਮੰਡੀਕਰਨ ਕਰਦੇ ਸੀ, ਪਰ ਹੁਣ ਇਹਨੂੰ ਇੱਕ ਵਪਾਰਕ ਤੌਰ 'ਤੇ ਬਹੁਤ ਜਾਣੇ ਇਸ ਕੰਮ ਨੂੰ ਕਰ ਰਹੇ ਨੇ। ਇਸ ਲਈ ਜ਼ਿਮੀਂਦਾਰਾਂ ਨੂੰ ਫਸਲ ਦੇ ਮੰਡੀਕਰਨ ਲਈ ਬਿਜਾਈ ਤੋਂ ਪਹਿਲਾਂ ਜਾਂ ਬਿਜਾਈ ਦੇ ਸ਼ੁਰੂ ਵਿੱਚ ਹੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਇਸ ਲਈ ਜਦੋਂ ਹੀ ਆਪਾਂ ਫਸਲ ਬੀਜਣ ਲੱਗਦੇ ਆ ਉਹਦੇ ਬਾਰੇ ਸਾਨੂੰ ਪੂਰਾ ਵਿਸਤਾਰਪੂਰਕ ਜਾਣਕਾਰੀ ਹੋਣੀ ਚਾਹੀਦੀ ਹੈ। ਉਹ ਫਸਲ ਦੀ ਝਾੜ ਕਿੰਨਾ ਨਿਕਲਣਾ, ਉਹਨੂੰ ਅਸੀਂ ਕਿਸ ਮੰਡੀ 'ਚ ਵੇਚ ਸਕਦੇ ਆ ਅਤੇ ਕਦੋਂ ਵੇਚਣਾ ਚਾਹੀਦਾ, ਉਹਦੇ 'ਚ ਨਮੀ ਕਿੰਨੀ ਹੋਣੀ ਚਾਹੀਦੀ ਜਾਂ ਕਿੰਨਾ ਸੁਕਾ ਕੇ ਫਸਲ ਨੂੰ ਵੇਚਣਾ। ਅੱਜ ਸਾਰੀ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਇਹ ਫਸਲ ਬੀਜਣੀ ਚਾਹੀਦੀ ਹੈ। ਉਹਦਾ ਕਿਹੜਾ ਬੀਜ ਚੰਗਾ, ਸਭ ਚੀਜ਼ ਦਾ ਹੀ ਉਹਨੂੰ ਧਿਆਨ ਰੱਖਣਾ ਪਏਗਾ। ਉੱਤਮ ਕੁਆਲਿਟੀ ਦੇ ਜਿਨਸ ਤਿਆਰ ਕਰਨ ਲਈ ਜ਼ਿਮੀਂਦਾਰਾਂ ਨੂੰ ਸੁਧਰੇ ਪ੍ਰਮਾਣਿਤ ਬੀਜ ਅਤੇ ਚੰਗੀ ਯੋਜਨਾਬੰਦੀ ਦੀ ਲੋੜ ਹੈ, ਜਿਵੇਂ ਕਿ ਕਿਹੜੀ ਫਸਲ ਅਤੇ ਉਸ ਦੀ ਕਿਹੜੀ ਕਿਸਮ ਥੱਲੇ ਕਿੰਨਾ ਰਕਬਾ ਬੀਜਣਾ ਹੈ। ਇਸ ਦੀ ਚੰਗੀ ਦੇਖਭਾਲ ਲਈ ਕਿਹੜੇ ਕਿਹੜੇ ਹੋਰ ਸਾਧਨ ਲੋੜੀਂਦੇ ਹਨ। ਵਕਤ ਸਿਰ ਗੋਡੀ, ਸਿੰਚਾਈ, ਨਦੀਨ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ, ਖਾਦਾਂ ਦੀ ਸਹੀ ਮਿਕਦਾਰ, ਕਟਾਈ ਅਤੇ ਗਹਾਈ ਆਦਿ ਮਾਹਿਰਾਂ ਦੀ ਹਦਾਇਤਾਂ ਅਨੁਸਾਰ ਕਰਨਾ ਚਾਹੀਦਾ ਹੈ। ਜਿਹੜੇ ਕਿ ਖਾਸ ਤੌਰ 'ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀ ਚੀਜ਼ਾਂ ਸਾਨੂੰ ਦੱਸੀਆਂ ਜਾਂਦੀਆਂ ਨੇ ਕਿਸਾਨਾਂ ਦੇ ਲਈ, ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਗੋਡੀ ਕਿੰਨੇ ਦਿਨਾਂ ਬਾਅਦ ਕਰਨੀ ਚਾਹੀਦੀ ਹੈ, ਪਾਣੀ ਕਦੋਂ ਲਾਉਣਾ, ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਿੰਨੀ ਅਤੇ ਕਦੋਂ ਕਰਨੀ ਚਾਹੀਦੀ ਹੈ। ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਚਾਹੀਦਾ ਕਿਸਮਾਂ ਅਤੇ ਫਸਲਾਂ ਦੀ ਗਹਾਈ ਅਲੱਗ-ਅਲੱਗ ਕਰਨ ਅਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਜਿਨਸ ਵਿੱਚ ਮਿੱਟੀ ਘੱਟਾ ਜਾਂ ਘਾਹ ਫੂਸ ਬਿਲਕੁਲ ਨਾ ਰਲੇ। ਗਹਾਈ ਕਰਨ ਲੱਗੇ ਵੀ ਖਾਸ ਧਿਆਨ ਰੱਖਣਾ ਕਿ ਜੇ ਆਪਾਂ ਅਲੱਗ-ਅਲੱਗ ਕਿਸਮਾਂ ਦੀਆਂ ਫਸਲਾਂ ਕੋਈ ਫਸਲ ਬੀਜੀ ਹੈ ਤਾਂ ਉਹਨਾਂ ਫਸਲਾਂ ਦੇ ਜਿਹੜੀ ਵੈਰਾਈਟੀ ਜਿਹੜੀ ਕਿਸਮ ਦੀ ਬੀਜੀ ਹੈ ਉਹ ਅਲੱਗ-ਅਲੱਗ ਗਹਾਈ ਹੋਣੀ ਚਾਹੀਦੀ ਹੈ, ਅਲੱਗ-ਅਲੱਗ ਬੋਰੀਆਂ 'ਚ ਪਾ ਕੇ ਖੜਨਾ ਚਾਹੀਦਾ। ਅਤੇ ਇੱਕ ਖਾਸ ਧਿਆਨ ਰੱਖਣਾ ਚਾਹੀਦਾ ਫਸਲ 'ਚ ਜਿਹੜੀ ਆਪਾਂ ਝਾੜੀ ਆ ਉਹਦੇ 'ਚ ਮਿੱਟੀ ਘੱਟਾ ਜਾਂ ਘਾਹ ਫੂਸ ਜਾਂ ਗੰਦ ਵਿੱਚ ਨਹੀਂ ਹੋਣਾ ਚਾਹੀਦਾ। ਸਾਫ਼ ਸੁਥਰੀ ਫਸਲ ਖੜੋਗੇ ਅਤੇ ਮੁੱਲ ਵੀ ਚੰਗਾ ਮਿਲੇਗਾ ਅਤੇ ਮੰਡੀ ਜਾਂਦੇ ਹੀ ਤੁਹਾਡੀ ਫਸਲ ਵੀ ਵਿਕ ਜਾਏਗੀ। ਫਸਲਾਂ ਦਾ ਜਦੋਂ ਮੰਡੀਕਰਨ ਕਰਨਾ ਹੁੰਦਾ ਹੈ ਉਦੋਂ ਇਹ ਜਿਨਸਾਂ ਬਿਲਕੁਲ ਸਾਫ਼, ਮਿੱਟੀ ਘੱਟੇ ਅਤੇ ਦੂਜੀਆਂ ਕਿਸਮਾਂ ਦੀ ਮਿਲਾਵਟਾਂ ਅਤੇ ਖਰਾਬ ਦਾਣੇ ਤੋਂ ਰਹਿਤ ਹੋਣ। ਮੰਡੀ ਵਿੱਚ ਜਿਨਸ ਲਿਜਾਣ ਤੋਂ ਪਹਿਲਾਂ ਇਸ ਦੀ ਅੰਦਾਜ਼ੇ ਨਾਲ ਤੁਲਾਈ ਕਰ ਲੈਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਮੰਡੀ 'ਚ ਪੱਲੇਦਾਰ ਕਈ ਵਾਰ ਵੱਧ ਤੋਲਦੇ ਹਨ। ਆਮ ਹੀ ਸ਼ਿਕਾਇਤਾਂ ਮਿਲਦੀਆਂ ਹਨ ਕਿ ਸਾਡੇ 20 ਕੁਇੰਟਲ ਸੀ ਅਤੇ ਜੀ ਜੋ ਤੋਲਣ ਲੱਗੇ ਨਿਕਲਦੀ 15 ਕੁਇੰਟਲ ਹੀ ਨਿਕਲੀ ਹੈ। ਇਸ ਕਰਕੇ ਤੁਹਾਨੂੰ ਪਹਿਲੋਂ ਹੀ ਇਹ ਧਿਆਨ ਰੱਖਣਾ ਚਾਹੀਦਾ, ਅੰਦਾਜ਼ਾ ਜ਼ਰੂਰ ਲਾ ਲੈਣਾ ਚਾਹੀਦਾ। ਜੇ ਬੋਰੀਆਂ 'ਚ ਪਾਉਂਦੇ ਤੁਹਾਨੂੰ ਪਤਾ ਇੱਕ ਬੋਰੀ ਦਾ ਵਜ਼ਨ ਕਰਾ ਲਓ ਕਿ ਕਿੰਨੀ ਫਸਲ ਆ ਉਹਦੇ 'ਚ, ਭਾਰ ਕਿੰਨਾ, ਉਸੇ ਤਰ੍ਹਾਂ ਬਾਕੀ ਬੋਰੀਆਂ ਦੀ ਗਿਣਤੀ ਕਰਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਫਸਲ ਕਿੰਨੀ ਹੈ। ਜਿਨਸ ਵੇਚਣ ਤੋਂ ਪਹਿਲਾਂ ਜ਼ਿਮੀਂਦਾਰਾਂ ਨੂੰ ਮੰਡੀਆਂ ਬਾਰੇ ਜਾਣਕਾਰੀ, ਜਿਵੇਂ ਕਿ ਮੰਡੀ ਵਿੱਚ ਜਿਨਸ ਦਾ ਬਹੁਤਾਤ, ਪ੍ਰਚਲਿਤ ਕੀਮਤਾਂ ਅਤੇ ਮੰਡੀ 'ਚ ਖਰੀਦ ਏਜੰਸੀਆਂ ਦੀ ਆਮਦ ਆਦਿ ਬਾਰੇ ਖੋਜ ਕਰ ਲੈਣੀ ਚਾਹੀਦੀ ਹੈ ਕਿ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਅਤੇ ਉਹਦੀ ਕੀਮਤ ਕੀ ਲੱਗੀ ਹੈ, ਉਹਦੀ ਕਿਹੜੀ ਮੰਡੀ 'ਚ ਕੀ ਭਾਅ ਮਿਲ ਰਿਹਾ, ਉਸ ਹਿਸਾਬ ਨਾਲ ਤੁਹਾਨੂੰ ਜਾਣਾ ਚਾਹੀਦਾ। ਅਤੇ ਇਹ ਪਤਾ ਕਰਨਾ ਚਾਹੀਦਾ ਉੱਥੇ ਭੀੜ ਜ਼ਿਆਦਾ ਤਾਂ ਨਹੀਂ, ਤੁਹਾਨੂੰ ਜ਼ਿਆਦਾ ਦਿਨ ਰਹਿਣਾ ਨਾ ਪਵੇ, ਖੱਜਲ ਖਰਾਬ ਨਾ ਹੋਣਾ ਪਵੇ। ਮੌਸਮ ਦਾ ਵੀ ਜ਼ਰੂਰ ਧਿਆਨ ਰੱਖਣਾ ਚਾਹੀਦਾ, ਮੌਸਮ ਸਾਫ਼ ਹੋਵੇ ਉਦੋਂ ਹੀ ਮੰਡੀ 'ਚ ਫਸਲ ਖੜੋ। ਇਹ ਹੋਰ ਵੀ ਚੰਗਾ ਹੋਵੇਗਾ ਜੇਕਰ ਜ਼ਮੀਨਦਾਰ ਆਪਣੀ ਉਪਜ ਨੂੰ ਦਰਜਾਬੰਦੀ ਕਰਕੇ ਵੇਚਣ। ਇਸ ਨਾਲ ਉਹਨਾਂ ਨੂੰ 10 ਤੋਂ 20% ਕਮ ਕੀਮਤ ਵੱਧ ਮਿਲ ਸਕਦੀ ਹੈ। ਜੇ ਅਸੀਂ ਦਰਜਾਬੰਦੀ ਕੀਤੀ ਹੋਗੀ, ਮਤਲਬ ਕਿ ਜਿਹੜੀ ਬਿਲਕੁਲ ਸਾਫ਼ ਫਸਲ ਉਹਨੂੰ ਅਲੱਗ ਵੇਚੋ ਅਤੇ ਜੇ ਥੋੜ੍ਹੀ ਖਰਾਬ ਆ ਉਹਨੂੰ ਅਲੱਗ ਵੇਚੋ, ਉਹਦੇ ਨਾਲ ਤੁਹਾਡਾ ਜਿਹੜੀ ਚੰਗੀ ਫਸਲ ਆ ਓਨੇ ਦਾ ਹਿੱਸਾ ਉਹ ਵੱਧ ਕੀਮਤ 'ਤੇ ਵਿਕ ਸਕੇਗਾ ਤੁਹਾਡਾ। ਜੇ ਤੁਸੀਂ ਵਿੱਚ ਰਲਾ ਕੇ ਵੇਚੋਗੇ
तो फिर पूरी की पूरी फसल का मुੱਲ ही घट जाना है। ਦਰਜਾਬੰਦੀ ਸਰਕਾਰ ਜਾਂ ਏਜੰਸੀਆਂ ਦੇ ਮਿਆਰਾਂ ਅਨੁਸਾਰ ਕਰਨੀ ਚਾਹੀਦੀ ਹੈ। ਜਿਨਸ ਵਿੱਚ ਨਮੀ ਦੀ ਮਾਤਰਾ ਪ੍ਰਮਾਣਿਤ ਮਿਆਰਾਂ ਮੁਤਾਬਕ ਹੀ ਹੋਣੀ ਚਾਹੀਦੀ ਹੈ। ਦਰਜਾਬੰਦੀ ਤੋਂ ਬਾਅਦ ਜਿਨਸ ਨੂੰ ਸਾਫ਼ ਭੰਡਾਰਾਂ ਵਿੱਚ ਸਟੋਰ ਕਰਨਾ ਚਾਹੀਦਾ ਹੈ। ਮੰਡੀ ਵਿੱਚ ਲਿਜਾਣ ਸਮੇਂ ਇਹਨਾਂ ਦੀ ਢੋਆ ਢੁਆਈ ਵੇਲੇ ਘੱਟ ਤੋਂ ਘੱਟ ਨੁਕਸਾਨ ਹੋਣਾ ਚਾਹੀਦਾ ਹੈ। ਮੰਡੀ ਵਿੱਚ ਜਿਨਸ ਸਵੇਰੇ ਹੀ ਢੇਰੀ ਕਰਨੀ ਚਾਹੀਦੀ ਹੈ ਤਾਂ ਕਿ ਜ਼ਮੀਨਦਾਰ ਵੇਲੇ ਸਿਰ ਸ਼ਾਮ ਨੂੰ ਘਰ ਪਰਤ ਸਕਣ। ਇਹ ਆਮ ਦੇਖਿਆ ਗਿਆ ਹੈ ਕਿ ਜ਼ਮੀਨਦਾਰ ਫਸਲ ਦੀ ਕਟਾਈ ਤੋਂ ਤੁਰੰਤ ਬਾਅਦ ਮੰਡੀ ਵਿੱਚ ਜਿਨਸ ਢੇਰੀ ਕਰ ਦਿੰਦੇ ਹਨ, ਜਿਸ ਨਾਲ ਮੰਡੀ 'ਚ ਬਹੁਤਾਤ ਹੋ ਜਾਂਦੀ ਹੈ ਅਤੇ ਜ਼ਮੀਨਦਾਰਾਂ ਦੀ ਜਿਨਸ ਦਾ ਮੁੱਲ ਘੱਟ ਲੱਗਦਾ ਹੈ। ਇਸ ਲਈ ਜ਼ਮੀਨਦਾਰਾਂ ਨੂੰ ਇਹ ਚਾਹੀਦਾ ਹੈ ਕਿ ਜਿਨਸਾਂ ਦੀ ਕੁਝ ਮਾਤਰਾ ਆਪਣੇ ਸਟੋਰਾਂ ਵਿੱਚ ਜਾਂ ਗੋਦਾਮ ਵਿੱਚ ਭੰਡਾਰ ਕਰ ਲੈਣ ਅਤੇ ਬਾਅਦ ਵਿੱਚ ਕੀਮਤਾਂ ਵਧਣ 'ਤੇ ਵੇਚਣ। ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦੇਣ ਨਾਲ ਅਤੇ ਫਸਲਾਂ ਦਾ ਸਹੀ ਢੰਗ ਨਾਲ ਮੰਡੀਕਰਨ ਕਰਕੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਫਸਲਾਂ ਦੀ ਵੇਲੇ ਸਿਰ ਕਟਾਈ ਅਤੇ ਗਹਾਈ। ਫਸਲ ਦੀ ਵੇਲੇ ਸਿਰ ਕਟਾਈ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਫਸਲ ਨੂੰ ਵੇਲੇ ਸਿਰ ਬੀਜਣਾ ਅਤੇ ਸਿਫਾਰਸ਼ਾਂ ਮੁਤਾਬਕ ਖਾਦਾਂ ਅਤੇ ਪਾਣੀ ਦੇਣਾ। ਫਸਲ ਦੀ ਕਟਾਈ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਕਰਨ ਨਾਲ ਦਾਣੇ ਸੁੰਗੜ ਜਾਂਦੇ ਹਨ, ਜਿਸ ਨਾਲ ਇਸ ਦੀ ਕੁਆਲਿਟੀ ਘਟੀਆ ਹੋ ਜਾਂਦੀ ਹੈ ਅਤੇ ਫਸਲ ਦੀ ਕੀਮਤ ਬਹੁਤ ਘੱਟ ਮਿਲੇਗੀ। ਦੂਸਰੇ ਪਾਸੇ ਜੇਕਰ ਫਸਲ ਦੀ ਕਟਾਈ ਦੇਰ ਨਾਲ ਕੀਤੀ ਜਾਵੇ ਤਾਂ ਦਾਣੇ ਝੜਨ ਦਾ ਡਰ ਰਹਿੰਦਾ ਹੈ, ਜਿਸ ਨਾਲ ਝਾੜ ਕਾਫੀ ਘੱਟ ਹੋਵੇਗਾ ਅਤੇ ਤਿਆਰ ਹੋਈ ਫਸਲ ਆਪਣੀ ਲਾਗਤ ਵੀ ਪੂਰੀ ਨਹੀਂ ਕਰ ਸਕੇਗੀ। ਸਹੀ ਸਮਾਂ ਤੇ ਫਸਲਾਂ ਦੀ ਕਟਾਈ ਅਤੇ ਗਹਾਈ ਕਰਨ ਨਾਲ ਅਗਲੀ ਫਸਲ ਵੀ ਸਮੇਂ ਸਿਰ ਬੀਜੀ ਜਾ ਸਕਦੀ ਹੈ। ਦੂਜਾ ਨੁਕਤਾ ਕੀ ਹੈ? ਜਿਨਸਾਂ ਦੇ ਮੰਡੀਕਰਨ ਲਈ ਤਿਆਰੀ। ਜਿਨਸ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਦੋ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ, ਜਿਵੇਂ ਕਿ ਜਿਨਸ ਦੀ ਸਫਾਈ ਅਤੇ ਨਮੀ ਦੀ ਮਾਤਰਾ। ਆ ਦੋ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ। ਜਿਹੜੀ ਫਸਲ ਤੁਸੀਂ ਖੜਨੀ ਹੈ ਉਹਦੀ ਸਫਾਈ ਅਤੇ ਉਹਦੀ ਫਸਲ ਦੀ ਨਮੀ ਦੀ ਮਾਤਰਾ ਜ਼ਰੂਰ ਤਾਂ ਧਿਆਨ 'ਚ ਰੱਖਣੀ ਹੈ ਕਿ ਸਰਕਾਰੀ ਹਦਾਇਤਾਂ ਅਨੁਸਾਰ ਕਿੰਨੀ ਨਮੀ ਚਾਹੀਦੀ ਹੈ। ਫਸਲ ਦੀ ਗਹਾਈ ਆਮ ਤੌਰ 'ਤੇ ਕੱਚੀ ਥਾਂ 'ਤੇ ਹੀ ਕੀਤੀ ਜਾਂਦੀ, ਜਿਸ ਨਾਲ ਦਾਣਿਆਂ ਵਿੱਚ ਮਿੱਟੀ ਆਦਿ ਮਿਲ ਜਾਂਦੀ ਹੈ। ਇਸ ਤੋਂ ਬਚਣ ਵਾਸਤੇ ਕਿਸਾਨ ਜਿਨਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਮੰਡੀ ਵਿੱਚ ਲਿਜਾਣ, ਤਾਂ ਕਿ ਮੰਡੀ 'ਚ ਜਾ ਕੇ ਸਫਾਈ ਕਰਨ 'ਤੇ ਸਮਾਂ ਬਰਬਾਦ ਨਾ ਹੋਵੇ। ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਜਿਨਸ ਦਾ ਭਾਅ ਉਸ ਦੀ ਨਮੀ ਦੇ ਮਾਤਰਾ ਦੇਖ ਕੇ ਲਾਉਂਦੀਆਂ ਹਨ। ਜਿਨਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਈ ਵਾਰ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਕਰਕੇ ਖਰਚਾ ਵੀ ਵੱਧ ਜਾਂਦਾ ਹੈ ਅਤੇ ਦੂਸਰੇ ਪਾਸੇ ਖੇਤੀ ਦਾ ਕੰਮ ਵੀ ਰੁਕ ਜਾਂਦਾ ਹੈ। ਬੱਚੋ, ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇਸ ਪਾਠ ਨਾਲ ਸੰਬੰਧਿਤ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿਣ। ਬਾਕੀ ਪਾਠਾਂ ਦੀ ਵੀ ਤੁਹਾਨੂੰ ਵੀਡੀਓ ਤਾਂ ਹੀ ਪਹੁੰਚ ਸਕਦੀ ਜੇ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋਗੇ ਅਤੇ ਨੋਟੀਫਿਕੇਸ਼ਨ ਦਾ ਬਟਨ ਦੱਬਿਆ ਹੈਗਾ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਹੁਣ ਤੁਹਾਡੇ ਨਵੇਂ ਪਾਠ ਦੀ ਵੀਡੀਓ ਪੈ ਗਈ। ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਤੁਹਾਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਮਿਲਣਗੇ। ਦਰਜਾਬੰਦੀ ਮਤਲਬ ਗ੍ਰੇਡਿੰਗ ਕਿੱਦਾਂ ਕਰਨੀ ਹੈ? ਦਰਜਾਬੰਦੀ ਤੋਂ ਭਾਵ ਇਹ ਹੈ ਕਿ ਫਸਲ ਨੂੰ ਉਸ ਦੇ ਮਿਆਰ ਦੇ ਮੁਤਾਬਿਕ ਵੱਖਰੇ ਵੱਖਰੇ ਹਿੱਸਿਆਂ ਵਿੱਚ ਵੰਡਣਾ। ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕਈ ਵਾਰ ਕੁਝ ਹਿੱਸਾ ਫਸਲਾਂ ਦੇ ਡਿੱਗਣ ਨਾਲ ਜਾਂ ਬਿਮਾਰੀ ਨਾਲ ਖਰਾਬ ਹੋ ਜਾਂਦਾ ਹੈ। ਇਸ ਬਾਬਤ ਦਰਜਾਬੰਦੀ ਸਹਾਇਕ ਦੀ ਸਲਾਹ ਲੈਣੀ ਚਾਹੀਦੀ ਹੈ, ਜੋ ਕਿ ਦਾਣਾ ਮੰਡੀ 'ਚ ਨਿਯੁਕਤ ਹੁੰਦਾ ਹੈ। ਜਿਨਸ ਦੀ ਸਹੀ ਢੰਗ ਨਾਲ ਦਰਜਾਬੰਦੀ ਕਰਨੀ ਚਾਹੀਦੀ। ਜਿੱਥੇ ਤੱਕ ਹੋ ਸਕੇ ਵੱਖ-ਵੱਖ ਕਿਸਮਾਂ ਦਾ ਵੱਖਰਾ ਹੀ ਮੰਡੀਕਰਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਫਸਲ ਦੀ ਸਹੀ ਕੀਮਤ ਵਸੂਲ ਕੀਤੀ ਜਾ ਸਕਦੀ ਹੈ। ਦਰਜਾਬੰਦੀ ਕਰਨੀ ਬਹੁਤ ਜ਼ਰੂਰੀ ਹੈ ਬੱਚੋ, ਜੇ ਤੁਸੀਂ ਫਸਲ ਦਾ ਚੰਗਾ ਭਾਅ ਲੈਣਾ ਚਾਹੁੰਦੇ ਹੋ। ਮੰਡੀ ਵਿੱਚ ਜਿਨਸ ਦੀ ਨਿਗਰਾਨੀ। ਜਿੰਨੀ ਜ਼ਰੂਰੀ ਫਸਲ ਦੀ ਕਟਾਈ ਅਤੇ ਗਹਾਈ ਦੇ ਦੌਰਾਨ ਨਿਗਰਾਨੀ ਕਰਨ ਦੀ ਲੋੜ ਹੈ, ਉਸ ਤੋਂ ਵੀ ਕਿਤੇ ਵੱਧ ਜਿਨਸ ਦੀ ਨਿਗਰਾਨੀ ਮੰਡੀ ਵਿੱਚ ਕਰਨ ਦੀ ਜ਼ਰੂਰਤ ਹੈ। ਮੰਡੀ 'ਚ ਬਿਲਕੁਲ ਹੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਜਦੋਂ ਤੁਸੀਂ ਮੰਡੀ 'ਚ ਫਸਲ ਖੜ੍ਹਦੇ ਹੋ ਜਾਂ ਫਸਲ ਤੁਲਾਉਂਦੇ ਹੋ, ਤੁਹਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਤੁਹਾਡੀ ਫਸਲ ਦੀ ਤੁਲਾਈ ਵੀ ਠੀਕ ਹੋਵੇ। ਜਿੱਥੇ ਤੁਸੀਂ ਆਪਣੀ ਢੇਰੀ ਲਾਈ ਹੈ ਉਹਦੀ ਹਮੇਸ਼ਾ ਨਿਗਰਾਨੀ ਰੱਖੋ ਜਦੋਂ ਤੱਕ ਉਹ ਫਸਲ ਤੁਹਾਡੀ ਵਿਕ ਨਹੀਂ ਜਾਂਦੀ। ਜਿਨਸ ਨੂੰ ਮੰਡੀ 'ਚ ਢੇਰੀ ਕਰਨ ਤੋਂ ਲੈ ਕੇ ਜਿਨਸ ਦੀ ਤੁਲਾਈ ਤੱਕ ਢੇਰੀ ਲਾਗੇ ਰਹਿਣਾ ਬਹੁਤ ਹੀ ਜ਼ਰੂਰੀ ਹੈ। ਇਹ ਆਮ ਦੇਖਣ ਵਿੱਚ ਹੈ ਕਿ ਮੰਡੀ ਦੇ ਕਾਮੇ ਕਈ ਵਾਰ ਜਿਨਸ ਨੂੰ ਇੱਕ ਦੂਜੀ ਢੇਰੀ ਵਿੱਚ ਮਿਲਾ ਦਿੰਦੇ ਹਨ ਜਾਂ ਕਈ ਵਾਰ ਜਿਨਸ ਨੂੰ ਬਚੇ ਛਾਨ ਵਿੱਚ ਮਿਲਾ ਦਿੰਦੇ ਹਨ ਅਤੇ ਬਾਅਦ ਵਿੱਚ ਸਾਫ਼ ਕਰ ਲੈਂਦੇ ਹਨ, ਜਿਸ ਨਾਲ ਕਿਸਾਨ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਨੂੰ ਚਾਹੀਦਾ ਕਿ ਆਪਣੀ ਢੇਰੀ ਦੀ ਤੁਲਾਈ ਹੋਣ ਤੱਕ ਨਿਗਰਾਨੀ ਰੱਖੇ। ਫਿਰ ਬੋਲੀ ਵੇਲੇ ਨਿਗਰਾਨੀ। ਜਦੋਂ ਬੋਲੀਕਾਰ ਮੰਡੀ 'ਚ ਆਉਂਦੇ ਆ ਉਦੋਂ ਆਪਣੀ ਢੇਰੀ ਦੇ ਲਾਗੇ ਹੋਣਾ ਬਹੁਤ ਜ਼ਰੂਰੀ ਹੈ। ਕਿਸਾਨਾਂ ਨੂੰ ਬੋਲੀ ਵੇਲੇ ਆਪਣੀ ਢੇਰੀ ਕੋਲ ਹੀ ਰਹਿਣਾ ਚਾਹੀਦਾ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਉਸ ਦੇ ਜਿਨਸ ਦਾ ਕੀ ਭਾਅ ਲੱਗਿਆ ਹੈ। ਜੇਕਰ ਉਸ ਨੂੰ ਭਾਅ ਘੱਟ ਲੱਗੇ ਤਾਂ ਉਹ ਆਪਣੀ ਢੇਰੀ ਵੇਚਣ ਤੋਂ ਨਾ ਵੀ ਕਰ ਸਕਦਾ ਹੈ, ਪਰ ਇਹ ਤਾਂ ਹੀ ਮੁਮਕਿਨ ਹੈ ਜੇਕਰ ਕਿਸਾਨ ਬੋਲੀ ਵੇਲੇ ਆਪ ਮੌਜੂਦ ਹੋਵੇ।
ਕਈ ਵਾਰ ਕਿਸਾਨ ਆੜ੍ਹਤੀਏ ਦੇ ਭਰੋਸੇ ਜਿਣਸ ਛੱਡ ਜਾਂਦੇ ਹਨ ਅਤੇ ਆੜ੍ਹਤੀਏ ਵੀ ਕਿਸਾਨ ਨੂੰ ਭਾਅ ਘੱਟ ਦੱਸਦਾ ਹੈ, ਜਦ ਕਿ ਭਾਅ ਭਾਵੇਂ ਵੱਧ ਲੱਗਿਆ ਹੋਵੇ। ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਮੰਡੀਕਰਨ ਵੇਲੇ ਘਰ ਦਾ ਕੋਈ ਪੜ੍ਹਿਆ ਲਿਖਿਆ ਮੈਂਬਰ ਜ਼ਰੂਰ ਨਾਲ ਹੋਵੇ। ਫਿਰ ਅਗਲਾ ਨੁਕਤਾ ਕੀ ਹੈ? ਤੁਲਾਈ ਪੜਚੋਲਣ ਦਾ ਹੱਕ। ਮੰਡੀਕਰਨ ਐਕਟ 1961 ਦੇ ਅਧੀਨ ਹਰ ਕਿਸਾਨ ਨੂੰ ਹੱਕ ਹੈ ਕਿ ਉਹ ਆਪਣੀ ਤੋਲੀ ਹੋਈ ਜਿਣਸ ਦੀ ਪਰਖ ਤੁਲਾਈ ਕਰਵਾ ਸਕਦਾ ਹੈ। ਜੇਕਰ ਕਿਸਾਨ ਨੂੰ ਸ਼ੱਕ ਹੋਵੇ ਕਿ ਤੁਲਾਈ ਹੋਈ ਸਹੀ ਨਹੀਂ ਕੀਤੀ ਗਈ ਤਾਂ ਇਸ ਐਕਟ ਦੇ ਮੁਤਾਬਕ 10% ਤੱਕ ਜਿਣਸ ਦੀ ਤੁਲਾਈ ਬਿਨਾਂ ਪੈਸੇ ਦਿੱਤੇ ਕਰਵਾਈ ਜਾ ਸਕਦੀ ਹੈ। ਜਿੰਨੀ ਵੀ ਉਹਨੇ ਫਸਲ ਉੱਤੇ ਸੁੱਟੀ ਹੈ ਉਹਦਾ 10% ਜਿਹੜਾ ਜਿਣਸ ਦਾ ਉਹ ਦੁਬਾਰਾ ਤੁਲਾਈ ਕਰਵਾ ਕੇ ਬਿਨਾਂ ਪੈਸੇ ਦਿੱਤੇ ਹੋਏ ਤੁਲਾਈ ਕਰਵਾ ਸਕਦਾ ਹੈ। ਬੋਰੇ ਵਿੱਚ ਮਿੱਥੇ ਵਜਨ ਤੋਂ ਵੱਧ ਜਿਣਸ ਤੋਲੀ ਗਈ ਹੋਵੇ ਤਾਂ ਇਸ ਦੀ ਸ਼ਿਕਾਇਤ ਤੁਰੰਤ ਮੰਡੀਕਰਨ ਦੇ ਉੱਚ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਹੈ। ਜੇ ਤੁਲਾਈ 'ਚ ਖਰਾਬੀ ਕੀਤੀ ਗਈ ਹੈ ਤਾਂ ਕਿੱਥੇ ਸ਼ਿਕਾਇਤ ਕਰਨੀ ਹੈ? ਮੰਡੀਕਰਨ ਦੇ ਉੱਚ ਅਧਿਕਾਰੀਆਂ ਨੂੰ। ਇਸ ਤਰ੍ਹਾਂ ਕਿਸਾਨ ਵੱਧ ਤੁਲਾਈ ਤੋਂ ਬਚ ਸਕਦੇ ਹਨ। ਜੇ ਵਜਨ ਵੱਧ ਨਿਕਲੇ ਤਾਂ ਕਿਸਾਨ ਉਸ ਦੀ ਕੀਮਤ ਲੈਣ ਦਾ ਹੱਕਦਾਰ ਹੋਵੇਗਾ। ਫਿਰ ਅਗਲਾ ਨੁਕਤਾ ਜੇ ਫਾਰਮ। ਕਿਸਾਨਾਂ ਨੂੰ ਫਸਲ ਦੀ ਤੁਲਾਈ ਤੋਂ ਬਾਅਦ ਆਪਣੇ ਆੜ੍ਹਤੀਏ ਕੋਲੋਂ ਫਾਰਮ ਜੇ ਜ਼ਰੂਰ ਲੈ ਲੈਣਾ ਚਾਹੀਦਾ ਹੈ, ਕਿਉਂਕਿ ਇਸ ਵਿੱਚ ਵਿਕੀ ਹੋਈ ਜਿਣਸ ਦਾ ਮੁਕੰਮਲ ਵੇਰਵਾ ਦਰਜ ਹੁੰਦਾ ਹੈ। ਜੇ ਫਾਰਮ ਕੀ ਹੁੰਦਾ ਹੈ? ਜਿਸ ਵਿੱਚ ਤੁਹਾਡੀ ਕਿਸਾਨ ਦੀ ਫਸਲ ਦੀ ਵਿਕੀ ਹੋਈ ਜਿਣਸ ਦਾ ਮੁਕੰਮਲ ਵੇਰਵਾ ਦਰਜ ਹੁੰਦਾ ਹੈ, ਜਿਸ ਤਰ੍ਹਾਂ ਕਿ ਜਿਣਸ ਦੀ ਮਾਤਰਾ, ਵਿਕਰੀ ਕੀਮਤ ਅਤੇ ਵਸੂਲ ਕੀਤੇ ਖਰਚੇ। ਸਾਰਾ ਦਿੱਤਾ ਜਾਂਦਾ ਕਿ ਤੁਹਾਡਾ ਜਿਹੜਾ ਫਸਲ ਦਾ ਵਜਨ ਕਿੰਨਾ ਹੋਇਆ ਸੀ, ਕੀਮਤ ਕੀ ਨਿਸ਼ਚਿਤ ਕੀਤੀ ਗਈ ਸੀ ਬੋਲੀ ਵੇਲੇ, ਅਤੇ ਤੁਹਾਡੇ ਕੋਲੋਂ ਹੋਰ ਖਰਚੇ ਕੀ ਵਸੂਲ ਕੀਤੇ ਨੇ। ਉਹਦੀ ਸਫਾਈ, ਢੇਰੀ ਦੀ ਸਫਾਈ ਕਰਨ ਲੱਗੇ, ਤੋਲਣ ਲੱਗੇ, ਕੋਈ ਵੀ ਜਿਹੜੇ ਖਰਚੇ ਪਾਏ ਆ ਉਹ ਤੁਹਾਡੇ ਉੱਤੇ ਦਰਜ ਹੋਣਗੇ। ਇਸ ਫਾਰਮ ਲੈਣ ਦੇ ਕਈ ਹੋਰ ਵੀ ਫਾਇਦੇ ਹਨ, ਜਿਵੇਂ ਕਿ ਬਾਅਦ ਵਿੱਚ ਮਿਲਣ ਵਾਲਾ ਬੋਨਸ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਮੰਡੀ ਫੀਸ ਦੀ ਚੋਰੀ ਨੂੰ ਰੋਕਿਆ ਜਾ ਸਕਦਾ ਹੈ। ਅਗਲਾ ਨੁਕਤਾ ਕੀ ਹੈ? ਸਹਿਕਾਰੀ ਮੰਡੀਕਰਨ। ਕਿਸਾਨਾਂ ਨੂੰ ਜਿੱਥੋਂ ਤੱਕ ਹੋ ਸਕੇ ਆਪਣੇ ਜਿਣਸ ਦਾ ਮੰਡੀਕਰਨ ਸਾਂਝੀਆਂ ਅਤੇ ਸਹਿਕਾਰੀ ਸਭਾਵਾਂ ਦੁਆਰਾ ਕਰਨਾ ਚਾਹੀਦਾ ਹੈ। ਪ੍ਰਾਈਵੇਟ ਅਦਾਰੇ ਨੂੰ ਆਪਣੀ ਫਸਲ ਨਹੀਂ ਵੇਚਣੀ ਚਾਹੀਦੀ। ਸਾਂਝੀਆਂ ਜਾਂ ਜਿਹੜੇ ਸਹਿਕਾਰੀ ਸਭਾਵਾਂ ਉੱਥੇ ਹੀ ਆਪਣੀ ਫਸਲ ਵੇਚਣੀ ਚਾਹੀਦੀ ਹੈ। ਸਭਾਵਾਂ ਆਮ ਤੌਰ 'ਤੇ ਕਮਿਸ਼ਨ ਏਜੰਸੀਆਂ ਦਾ ਕੰਮ ਕਰਦੀਆਂ ਹਨ। ਇਹ ਸਭਾਵਾਂ ਕਿਸਾਨਾਂ ਦੀਆਂ ਹੋਣ ਕਰਕੇ ਉਹਨਾਂ ਦੇ ਜਿਣਸ ਦਾ ਵਧੀਆ ਭਾਅ ਦਿਵਾਉਣ ਵਿੱਚ ਮਦਦ ਕਰਦੀਆਂ ਹਨ ਅਤੇ ਕਿਸਾਨਾਂ ਨੂੰ ਪੈਸੇ ਦਾ ਭੁਗਤਾਨ ਆੜ੍ਹਤੀਏ ਨਾਲੋਂ ਛੇਤੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਭਾਵਾਂ ਕਿਸਾਨਾਂ ਨੂੰ ਹੋਰ ਸਹੂਲਤਾਂ ਵੀ ਮੁਹੱਈਆ ਕਰਦੀਆਂ ਹਨ, ਜਿਵੇਂ ਕਿ ਫਸਲਾਂ ਲਈ ਕਰਜ਼ਾ ਅਤੇ ਵਾਜਬ ਭਾਅ ਦੇ ਖਾਦਾਂ, ਕੀੜੇਮਾਰ ਦਵਾਈਆਂ ਆਦਿ। ਆੜ੍ਹਤੀਏ ਦਾ ਜਿੱਦਾਂ ਕਿ ਵਿਆਜ ਦਰ ਬਹੁਤ ਉੱਚਾ ਹੁੰਦਾ ਹੈ, ਪਰ ਜੇ ਸਹਿਕਾਰੀ ਸਭਾਵਾਂ ਤੋਂ ਤੁਸੀਂ ਫਸਲ ਵੇਚਦੇ ਹੋ ਤੁਹਾਨੂੰ ਜਿਹੜਾ ਕਰਜ਼ਾ ਮਿਲੇਗਾ ਉਹ ਸਹਿਕਾਰੀ ਵਿਆਜ ਦਰ 'ਤੇ ਹੀ ਮਿਲੇਗਾ। ਅਗਲਾ ਨੁਕਤਾ ਮਕੈਨੀਕਲ ਹੈਂਡਲਿੰਗ ਇਕਾਈਆਂ ਦੀ ਵਰਤੋਂ। ਜਿਹੜੀ ਆਪਾਂ ਉਹਨਾਂ ਨੂੰ ਮਕੈਨੀਕਲ ਹੈਂਡਲਿੰਗ ਕਿੱਦਾਂ ਕਰਨੀ ਹੈ? ਪੰਜਾਬ ਰਾਜ ਮੰਡੀ ਬੋਰਡ ਵੱਲੋਂ ਪੰਜਾਬ ਵਿੱਚ ਕੁਝ ਮੰਡੀਆਂ ਵਿੱਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਜਿਣਸ ਦੀ ਸਫਾਈ, ਭਰਾਈ ਅਤੇ ਤੁਲਾਈ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ। ਮਤਲਬ ਕਿ ਹੱਥੀਂ ਤੁਲਾਈ ਨਾ ਹੋਣ ਕਰਕੇ ਮਸ਼ੀਨਾਂ ਨਾਲ ਤੁਲਾਈ ਕੀਤੀ ਜਾਂਦੀ ਹੈ, ਭਰਾਈ ਵੀ ਉਹਨਾਂ ਨਾਲ ਹੀ ਕੀਤੀ ਜਾਂਦੀ ਹੈ, ਸਫਾਈ ਵੀ ਉਹ ਮਸ਼ੀਨਾਂ ਨਾਲ ਹੀ ਹੁੰਦੀ ਹੈ। ਜੋ ਕੰਮ ਮੰਡੀ ਮਜ਼ਦੂਰ ਘੰਟਿਆਂ ਵਿੱਚ ਕਰਦੇ ਹਨ, ਇਹ ਇਕਾਈਆਂ ਮਿੰਟਾਂ ਵਿੱਚ ਖਤਮ ਕਰ ਦਿੰਦੀਆਂ ਹਨ। ਇੱਥੇ ਇਹ ਵਰਣਨਯੋਗ ਹੈ ਕਿ ਇਹਨਾਂ ਨਾਲ ਕਿਸਾਨਾਂ ਨੂੰ ਖਰਚੇ ਵੀ ਘੱਟ ਲੱਗਦੇ ਹਨ ਅਤੇ ਜਿਣਸ ਦੀ ਕੀਮਤ ਵੀ ਵੱਧ ਮਿਲਦੀ ਹੈ, ਕਿਉਂਕਿ ਸਾਫ਼ ਚੰਗੀ ਤਰ੍ਹਾਂ ਹੋ ਜਾਂਦਾ, ਭਾਰ ਵਜਨ ਵੀ ਸਹੀ ਕੀਤਾ ਜਾਂਦਾ ਅਤੇ ਇਹ 'ਚ ਬਹੁਤ ਕੀਮਤ ਵੀ ਵਧੀਆ ਮਿਲ ਜਾਂਦੀ ਹੈ। ਰਕਮ ਦਾ ਭੁਗਤਾਨ ਨਕਦ ਅਤੇ ਉਸੇ ਵੇਲੇ ਕੀਤਾ ਜਾਂਦਾ, ਇਸ ਲਈ ਕਿਸਾਨਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਤਾਂ ਕਿ ਉਹ ਘੱਟ ਸਮੇਂ ਵਿੱਚ ਆਪਣੇ ਜਿਣਸ ਵੇਚ ਸਕਣ ਅਤੇ ਵਧੇਰੇ ਕੀਮਤ ਪ੍ਰਾਪਤ ਕਰ ਸਕਣ। ਭਾਰਤੀ ਖੁਰਾਕ ਨਿਗਮ, ਫੂਡ ਕਾਰਪੋਰੇਸ਼ਨ ਆਫ ਇੰਡੀਆ ਜਾਂ ਜਿਹਨੂੰ FCI ਵੀ ਕਹਿੰਦੇ, ਵੱਲੋਂ ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਓਂ ਵਿਖੇ ਕਣਕ ਨੂੰ ਸੰਭਾਲਣ ਲਈ ਵੱਡੇ ਪੱਧਰ ਦੀਆਂ ਪ੍ਰਬੰਧ ਇਕਾਈਆਂ, ਮਤਲਬ ਵੱਡੇ ਉਹਨੂੰ ਕੀ ਕਹਿੰਦੇ, ਬਲਕ ਹੈਂਡਲਿੰਗ ਯੂਨਿਟਸ ਲਗਾਏ ਗਏ ਨੇ, ਵੱਡੇ ਪੱਧਰ 'ਤੇ ਜਿਹੜੇ ਉਹ ਇਕਾਈਆਂ ਨੂੰ ਹੈਂਡਲਿੰਗ ਕਰ ਸਕਣ ਔਰ ਸਥਾਪਿਤ ਕੀਤੀਆਂ ਨੇ। ਇਹਨਾਂ ਇਕਾਈਆਂ ਰਾਹੀਂ ਕਿਸਾਨ ਸਿੱਧੀ ਕਣਕ ਵੇਚ ਸਕਦੇ ਹਨ। ਇਸ ਦੇ ਕਿਸਾਨ ਨੂੰ ਕਈ ਲਾਭ ਹਨ, ਜਿਵੇਂ ਕਿ ਉਸੇ ਦਿਨ ਪੈਸੇ ਦਾ ਭੁਗਤਾਨ ਹੋ ਜਾਂਦਾ ਹੈ, ਮੰਡੀ ਦਾ ਕੋਈ ਖਰਚਾ ਨਹੀਂ ਦੇਣਾ ਪੈਂਦਾ ਅਤੇ ਜਿਣਸ ਉਸੇ ਦਿਨ ਵਿਕਣ ਨਾਲ ਹੋਰਨਾਂ ਕੁਦਰਤੀ ਕਿਆਮਤਾਂ ਜਿਵੇਂ ਕਿ ਮੀਂਹ, ਹਨੇਰੀ ਆਦਿ ਤੋਂ ਬਚ ਜਾਂਦੀ ਹੈ। ਇਸ ਲਈ ਇਹਨਾਂ ਇਕਾਈਆਂ ਦੇ ਨੇੜੇ ਦੇ ਕਿਸਾਨਾਂ ਨੂੰ ਇਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਜਿਣਸ ਤੋਂ ਵੱਧ ਪੈਸੇ ਕਮਾਉਣਾ ਚਾਹੀਦੇ ਹਨ। ਅਗਲਾ ਨੁਕਤਾ ਮੰਡੀਆਂ ਵਿੱਚ ਭਾਅ ਦੀ ਜਾਣਕਾਰੀ। ਫਸਲ ਦੀ ਮੰਡੀ ਵਿੱਚ ਆਮਦ ਵੱਧ ਜਾਂ ਘੱਟ ਜਾਣ ਨਾਲ
ਜਿਨਸਾਂ ਦੇ ਭਾਅ ਵੱਧਦੇ ਅਤੇ ਘਟਦੇ ਰਹਿੰਦੇ ਹਨ। ਇਸ ਲਈ ਕਿਸਾਨਾਂ ਨੂੰ ਆਪਣੇ ਆਲੇ ਦੁਆਲੇ ਦੀਆਂ ਮੰਡੀਆਂ ਦੇ ਭਾਅ ਬਾਰੇ ਲਗਾਤਾਰ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਲਾਗਲੀਆਂ ਮੰਡੀਆਂ ਦੇ ਭਾਅ ਦੀ ਚੰਗੀ ਤਰ੍ਹਾਂ ਖੋਜ ਕਰਨ ਤੋਂ ਬਾਅਦ ਹੀ ਆਪਣੀ ਜਿਣਸ ਮੰਡੀ ਵਿੱਚ ਲਿਜਾਣ, ਤਾਂ ਜੋ ਫਸਲ ਦੀ ਵਧੀਆ ਕੀਮਤ ਲੈ ਸਕਣ। ਵੱਖ-ਵੱਖ ਮੰਡੀਆਂ ਦੇ ਭਾਅ ਬਾਰੇ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ? ਰੇਡੀਓ, ਟੀਵੀ ਅਤੇ ਅਖਬਾਰਾਂ ਆਦਿ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਮੰਡੀ ਦੇ ਭਾਵਾਂ ਦੀ ਜਾਣਕਾਰੀ ਰੇਡੀਓ, ਟੀਵੀ ਅਤੇ ਅਖਬਾਰਾਂ ਤੋਂ ਪ੍ਰਾਪਤ ਕਰ ਸਕਦੇ ਹਾਂ। ਫਿਰ ਮਾਰਕੀਟ ਕਮੇਟੀ ਅਤੇ ਕਿਸਾਨ। ਮਾਰਕੀਟ ਕਮੇਟੀ ਕਿਸਾਨਾਂ ਦੀ ਸੰਸਥਾ ਹੈ ਜਿਸ ਦਾ ਮੁੱਖ ਕੰਮ ਹੈ ਮੰਡੀ ਵਿੱਚ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨਾ। ਮਾਰਕੀਟ ਕਮੇਟੀ ਜਿਣਸ ਦੀ ਬੋਲੀ ਕਰਾਉਣ ਵਿੱਚ ਪੂਰਾ ਤਾਲਮੇਲ ਕਾਇਮ ਰੱਖਦੀ ਹੈ ਤਾਂ ਜੋ ਜਿਣਸ ਦੀ ਬੋਲੀ ਸਮੇਂ ਸਿਰ ਕੀਤੀ ਜਾਵੇ। ਇਸ ਤੋਂ ਇਲਾਵਾ ਤੁਲਾਈ ਠੀਕ ਕਰਾਉਣਾ ਵੀ ਮਾਰਕੀਟ ਕਮੇਟੀ ਦਾ ਹੀ ਫਰਜ਼ ਹੈ। ਅਗਰ ਕਿਸਾਨ ਨੂੰ ਜਿਣਸ ਵੇਚਣ ਵਿੱਚ ਕਿਸੇ ਕਿਸਮ ਦੀ ਔਕੜ ਆਵੇ ਤਾਂ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀ ਨਾਲ ਸੰਪਰਕ ਕਾਇਮ ਕਰਨਾ ਚਾਹੀਦਾ ਹੈ। ਬੱਚੋ, ਇਹ ਸੀ ਤੁਹਾਡੀ ਫਸਲਾਂ ਦੇ ਮੰਡੀਕਰਨ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਉਸ ਬਾਰੇ ਵਿਸਤਾਰਪੂਰਵਕ ਜਾਣਕਾਰੀ। ਉਹਦੇ ਬਾਰੇ ਸਾਰੇ ਨੁਕਤੇ ਦੱਸੇ ਗਏ ਨੇ। ਫਸਲ ਕਦੋਂ ਬੀਜਣੀ ਹੈ, ਉਹਦੇ ਵਾਸਤੇ ਜਿਹੜੀਆਂ ਖਾਦਾਂ ਕਿੱਦਾਂ ਵਰਤਣੀਆਂ ਅਤੇ ਕਿਹੜੀ ਕਿਸਮ ਚੁਣਨੀ ਹੈ ਜਿਹੜਾ ਕਿ ਤੁਹਾਨੂੰ ਭਾਅ ਵਧੀਆ ਮਿਲ ਸਕੇ ਅਤੇ ਤੁਹਾਡੇ ਕੋਲ ਮੰਡੀ 'ਚ ਜਾਂ ਆੜ੍ਹਤੀ ਵੱਲੋਂ ਕੋਈ ਹੇਰਾਫੇਰੀ ਨਾ ਕੀਤੀ ਜਾਵੇ, ਉਸ ਲਈ ਵੀ ਤੁਹਾਨੂੰ ਜਾਗਰੂਕ ਰਹਿਣਾ ਚਾਹੀਦਾ, ਆਪਣੇ ਢੇਰੀਆਂ ਲਾਗੇ ਰਹਿਣਾ ਚਾਹੀਦਾ। ਅਤੇ ਜੇਕਰ ਕੋਈ ਵੀ ਤੁਹਾਨੂੰ ਮੁਸ਼ਕਿਲ ਆਉਂਦੀ ਹੈ ਜਾਂ ਔਕੜ ਆਉਂਦੀ ਹੈ, ਉਸੇ ਵੇਲੇ ਮੰਡੀਕਰਨ ਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਬੱਚਿਓ, ਪਾਠ ਧਿਆਨ ਨਾਲ ਦੁਬਾਰਾ ਫਿਰ ਇੱਕ ਸੁਣ ਲੈਣਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਇਸ ਪਾਠ ਦੇ ਤੁਹਾਨੂੰ ਪ੍ਰਸ਼ਨ ਉੱਤਰ ਸਮੇਂ ਸਿਰ ਪਹੁੰਚ ਸਕਣ। ਧੰਨਵਾਦ ਜੀ।